ਮੇਰੀ ਜਠਾਣੀ ਦੇ ਕੋਈ ਔਲਾਦ ਨਹੀਂ ਸੀ ਅਤੇ ਉਸ ਦਾ ਪਤੀ ਵੀ ਇਸ ਸੰਸਾਰ ਤੋਂ ਚਲਾ ਗਿਆ ਸੀ। ਉਸ ਨੂੰ ਇੰਨਾ ਝਟਕਾ ਲੱਗਾ ਕਿ ਬੈਠੇ ਬੈਠੇ ਹੀ ਉਹ ਬੇਹੋਸ਼ ਹੋ ਜਾਂਦੀ। ਮੇਰੇ ਪਤੀ ਉਸ ਨੂੰ ਡਾਕਟਰ ਕੋਲ ਲੈ ਜਾਂਦੇ ਅਤੇ ਵਾਪਸ ਆਉਣ ਤੇ ਮੇਰੀ ਜਠਾਣੀ ਬਹੁਤ ਖੁਸ਼ ਹੁੰਦੀ ਅਤੇ ਉਸ ਕੋਲ ਕਾਫੀ ਸਾਰੇ ਕੱਪੜਿਆਂ ਨਾਲ ਭਰੇ ਬੈਗ ਹੁੰਦੇ। ਇੱਕ ਦਿਨ ਜਦੋਂ ਮੇਰੀ ਜਠਾਣੀ ਬੇਹੋਸ਼ ਹੋ ਗਈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਅੱਜ ਮੈਂ ਵੀ ਉਸ ਨਾਲ ਜਾਵਾਂਗੀ। ਇਹ ਸੁਣ ਕੇ ਮੇਰੀ ਜਠਾਣੀ ਨੂੰ ਹੋਸ਼ ਆ ਗਿਆ। ਫਿਰ ਇੱਕ ਦਿਨ ਮੇਰੇ ਪਤੀ ਮੇਰੀ ਜਠਾਣੀ ਨੂੰ ਹਸਪਤਾਲ ਲੈ ਗਏ। ਜਦੋਂ ਮੈਂ ਪਿੱਛਾ ਕੀਤਾ ਤਾਂ ਮੇਰੇ ਪਤੀ ਮੇਰੀ ਜਠਾਣੀ ਨੂੰ ਇੱਕ ਘਰ ਵਿੱਚ ਲੈ ਗਏ ਸੀ। ਮੈਂ ਦੇਖਿਆ ਤਾਂ ਮੇਰੇ ਪਤੀ ਮੇਰੀ ਜਠਾਣੀ ਨਾਲ। ਅੱਜ ਫਿਰ ਮੇਰੀ ਜਠਾਣੀ ਬੇਹੋਸ਼ ਹੋ ਗਈ ਸੀ। ਮੇਰੇ ਪਤੀ ਨੇ ਉਸ ਨੂੰ ਗੋਦ ਵਿੱਚ ਉਠਾ ਕੇ ਕਾਰ ਵਿੱਚ ਬਿਠਾਇਆ ਅਤੇ ਡਾਕਟਰ ਕੋਲ ਲੈ ਗਏ। ਇਹ ਅਜਿਹਾ ਝਟਕਾ ਸੀ। ਮੇਰੇ ਜੇਠ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਮੇਰੀ ਜਠਾਣੀ ਨੂੰ ਵਾਰ-ਵਾਰ ਦੌਰੇ ਪੈਣੇ ਸ਼ੁਰੂ ਹੋ ਗਏ। ਮੇਰੀ ਜਠਾਣੀ ਅਤੇ ਜੇਠ ਵਿੱਚ ਬਹੁਤ ਪਿਆਰ ਸੀ। ਮੈਂ ਉਹਨਾਂ ਨੂੰ ਅੱਜ ਤੱਕ ਕਦੇ ਲੜਦੇ ਨਹੀਂ ਦੇਖਿਆ ਸੀ। ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੇਰੇ ਜੇਠ ਦੀ ਮੌਤ ਹੋ ਗਈ। ਮੇਰੀ ਜਠਾਣੀ ਨੇ 4 ਦਿਨਾਂ ਤੋਂ ਰੋਟੀ ਤੱਕ ਵੀ ਨਹੀਂ ਖਾਧੀ ਸੀ। ਕਈ ਵਾਰ ਮੈਂ ਉਸ ਨੂੰ ਦੁੱਧ ਪੀਣ ਜਾਂ ਕੁਝ ਖਾਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਇੱਕ ਅਜੀਬ ਗੱਲ ਇਹ ਸੀ ਕਿ ਉਹ ਕਿਸੇ ਦੇ ਹੱਥ ਦਾ ਖਾਣਾ ਨਹੀਂ ਖਾਂਦੀ ਸੀ, ਪਰ ਜਦੋਂ ਮੇਰੇ ਪਤੀ ਉਸ ਨੂੰ ਆਪਣੇ ਹੱਥਾਂ ਨਾਲ ਖਵਾਉਂਦੇ ਤਾਂ ਉਹ ਖਾਣਾ ਖਾ ਲੈਂਦੀ ਸੀ। ਮੈਂ ਅਤੇ ਮੇਰੇ ਪਤੀ ਨੇ ਮੇਰੀ ਜਠਾਣੀ ਦਾ ਬਹੁਤ ਧਿਆਨ ਰੱਖਿਆ। ਇੱਕ ਤਾਂ ਉਹ ਬੇਔਲਾਦ ਸੀ, ਹੁਣ ਉਸ ਨੂੰ ਉਸ ਦੇ ਪਤੀ ਦਾ ਵੀ ਦੁੱਖ ਸੀ। ਮੈਨੂੰ ਉਸ ਦੀ ਹਾਲਤ ਤੇ ਬਹੁਤ ਅਫਸੋਸ ਹੋਇਆ, ਪਰ ਪਤਾ ਨਹੀਂ ਕਿਉਂ ਜਦੋਂ ਤੋਂ ਮੇਰੇ ਜੇਠ ਦਾ ਦੇਹਾਂਤ ਹੋਇਆ ਸੀ ਉਹ ਹਰ ਰੋਜ਼ ਚੱਕਰ ਖਾ ਕੇ ਡਿੱਗ ਪੈਂਦੀ ਸੀ। ਮੇਰੇ ਪਤੀ ਉਸ ਨੂੰ ਡਾਕਟਰ ਕੋਲ ਲੈ ਜਾਂਦੇ। ਮੈਂ ਬਹੁਤ ਪਰੇਸ਼ਾਨ ਹੋ ਰਹੀ ਸੀ। ਪਹਿਲਾਂ ਤਾਂ ਮੇਰੀ ਜਠਾਣੀ ਨੇ ਕਿਸੇ ਕੰਮ ਨੂੰ ਹੱਥ ਵੀ ਨਹੀਂ ਸੀ ਲਾਇਆ। ਸਾਰੇ ਕੰਮ ਮੈਂ ਹੀ ਕਰਦੀ ਸੀ, ਪਰ ਮੇਰੇ ਦੋਵੇਂ ਬੱਚੇ ਛੋਟੇ ਹੋਣ ਕਰਕੇ ਮੈਨੂੰ ਇਹਨਾਂ ਤੋਂ ਵਿਹਲ ਨਹੀਂ ਮਿਲਦੀ ਸੀ। ਹੁਣ ਇਸ ਮੁਸੀਬਤ ਨੇ ਮੈਨੂੰ ਮਾਰਿਆ ਸੀ ਕਿ ਮੇਰੀ ਜਠਾਣੀ ਹਰ ਰੋਜ਼ ਬੇਹੋਸ਼ ਹੋ ਜਾਂਦੀ। ਇੱਕ ਗੱਲ ਜੋ ਮੈਨੂੰ ਬਹੁਤ ਪਰੇਸ਼ਾਨ ਕਰਨ ਲੱਗੀ ਉਹ ਇਹ ਸੀ ਕਿ ਮੇਰੀ ਜਠਾਣੀ ਮੇਰੇ ਪਤੀ ਤੋਂ ਪਰਦਾ ਨਹੀਂ ਸੀ ਕਰਦੀ। ਹਾਲਾਂਕਿ ਉਸ ਦਾ ਪੇਕਾ ਘਰ ਵੀ ਠੀਕ ਠਾਕ ਪੈਸੇ ਵਾਲਾ ਸੀ, ਪਰ ਉਹ ਆਪਣੇ ਪੇਕੇ ਘਰ ਨਹੀਂ ਜਾਂਦੀ ਸੀ। ਉਸ ਨੇ ਕਿਹਾ ਕਿ ਹੁਣ ਮੈਂ ਹਮੇਸ਼ਾ ਲਈ ਇਸ ਘਰ ਵਿੱਚ ਹੀ ਰਹਾਂਗੀ। ਉਹ ਹੁਣ ਵੀ ਜਵਾਨ ਸੀ। ਉਹ ਚਾਹੁੰਦੀ ਤਾਂ ਦੁਬਾਰਾ ਵਿਆਹ ਕਰਵਾ ਸਕਦੀ ਸੀ, ਪਰ ਉਸ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਮੇਰੇ ਜੇਠ ਦੇ ਨਾਂ ਤੇ ਹੀ ਬਤੀਤ ਕਰੇਗੀ। ਪਹਿਲੀ ਵਾਰ ਮੈਂ ਸੋਚਿਆ ਕਿ ਉਹ ਸਦਮੇ ਵਿੱਚ ਹੈ, ਪਰ ਸਮਾਂ ਬੀਤਣ ਨਾਲ ਉਹ ਠੀਕ ਹੋ ਜਾਵੇਗੀ। ਪਰ ਹੁਣ 1 ਮਹੀਨਾ ਬੀਤ ਚੁੱਕਾ ਸੀ। ਹੁਣ ਮੇਰੀ ਜਠਾਣੀ ਦੀਆਂ ਹਰਕਤਾਂ ਮੈਨੂੰ ਅਜੀਬ ਲੱਗਣ ਲੱਗ ਪਈਆਂ ਸਨ। ਉਹ ਸਾਰਾ ਦਿਨ ਕਮਰੇ ਵਿੱਚ ਬੰਦ ਰਹਿੰਦੀ ਅਤੇ ਮੈਂ ਉਸ ਨੂੰ ਖਾਣਾ ਵੀ ਕਮਰੇ ਵਿੱਚ ਦੇ ਕੇ ਆਉਂਦੀ। ਜੇਕਰ ਗੁਆਂਢ ਦੀ ਕੋਈ ਔਰਤ ਉਸ ਨੂੰ ਮਿਲਣ ਆਉਂਦੀ ਤਾਂ ਵੀ ਉਹ ਕਮਰੇ ਤੋਂ ਬਾਹਰ ਨਹੀਂ ਆਉਂਦੀ ਸੀ ਅਤੇ ਮਿਲਣ ਤੋਂ ਇਨਕਾਰ ਕਰ ਦਿੰਦੀ ਸੀ। ਜਦੋਂ ਉਹ ਜੇਠ ਬਾਰੇ ਗੱਲ ਕਰਦੀ ਤਾਂ ਮੈਨੂੰ ਦੁੱਖ ਹੁੰਦਾ। ਹੁਣ ਅਜਿਹਾ ਨਹੀਂ ਸੀ ਕਿ ਉਹ ਹਰ ਵੇਲੇ ਰੋਂਦੀ ਰਹਿੰਦੀ ਸੀ। ਉਹ ਸਾਰਾ ਦਿਨ ਆਮ ਵਾਂਗ ਹੀ ਰਹਿੰਦੀ ਸੀ, ਪਰ ਜਿਵੇਂ ਹੀ ਮੇਰੇ ਪਤੀ ਘਰ ਵਿੱਚ ਦਾਖਲ ਹੁੰਦੇ ਉਹ ਕਮਰੇ ਵਿੱਚੋਂ ਬਾਹਰ ਆ ਜਾਂਦੀ ਅਤੇ ਉਹ ਮੇਰੇ ਪਤੀ ਨੂੰ ਜੱਫੀ ਪਾ ਲੈਂਦੀ ਅਤੇ ਰੋਣ ਲੱਗ ਜਾਂਦੀ। ਉਹ ਕਹਿਣ ਲੱਗਦੀ, ਤੇਰਾ ਭਰਾ ਮੈਨੂੰ ਇਕੱਲਾ ਕਿਉਂ ਛੱਡ ਗਿਆ? ਹੁਣ ਮੈਂ ਕਿਸ ਸਹਾਰੇ ਜੀਵਾਂਗੀ? ਪਤਾ ਨਹੀਂ ਕਿਉਂ ਹੁਣ ਮੈਨੂੰ ਮੇਰੀ ਜਠਾਣੀ ਦੀ ਇਹ ਗੱਲ ਬੁਰੀ ਲੱਗਣ ਲੱਗੀ। ਜੇ ਉਸ ਨੂੰ ਇੰਨਾ ਦੁੱਖ ਹੁੰਦਾ ਤਾਂ ਉਹ ਮੈਨੂੰ ਜੱਫੀ ਪਾ ਕੇ ਰੋਂਦੀ ਅਤੇ ਆਪਣਾ ਦਿਲ ਹਲਕਾ ਕਰ ਲੈਂਦੀ। ਇਹ ਕਿਹੜਾ ਦੁੱਖ ਸੀ ਜਿਹੜਾ ਮੇਰੇ ਪਤੀ ਦੇ ਗੱਲ ਲੱਗ ਕੇ ਹੀ ਠੀਕ ਹੁੰਦਾ ਸੀ। ਸਾਰਾ ਦਿਨ ਠੀਕ ਠਾਕ ਰਹਿੰਦੀ ਸੀ। ਜਦੋਂ ਮੇਰਾ ਪਤੀ ਸਾਰਾ ਦਿਨ ਬਿਤਾਉਣ ਤੋਂ ਬਾਅਦ ਥੱਕਿਆ ਅਤੇ ਭੁੱਖਾ ਘਰ ਵਾਪਸ ਆਉਂਦਾ ਤਾਂ ਉਹ ਕਮਰੇ ਤੋਂ ਬਾਹਰ ਆ ਜਾਂਦੀ ਤੇ ਉਹ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪੈਂਦੀ। ਉਸ ਨੂੰ ਚੱਕਰ ਆ ਜਾਂਦਾ ਅਤੇ ਬੇਹੋਸ਼ ਹੋ ਜਾਂਦੀ। ਮੇਰੇ ਪਤੀ ਉਸ ਨੂੰ ਆਪਣੀ ਗੋਦ ਵਿੱਚ ਉਠਾ ਕੇ ਡਾਕਟਰ ਕੋਲ ਲੈ ਜਾਂਦੇ। ਜਦੋਂ ਉਹ ਘਰ ਵਾਪਸ ਆਉਂਦੀ ਸੀ ਤਾਂ ਉਹ ਬਿਲਕੁਲ ਠੀਕ ਠਾਕ ਆਪਣੇ ਕਮਰੇ ਵਿੱਚ ਜਾਂਦੀ ਸੀ। ਅਜਿਹੀ ਕਿਹੜੀ ਬਿਮਾਰੀ ਸੀ ਜੋ ਮੇਰੇ ਪਤੀ ਦੇ ਆਉਂਦੇ ਹੀ ਠੀਕ ਹੋ ਜਾਂਦੀ। ਮੇਰਾ ਪਤੀ ਵੀ ਬਿਨਾਂ ਮੂੰਹ ਬਣਾਈ ਆਪਣੀ ਭਰਜਾਈ ਦੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਅਤੇ ਜੇ ਮੈਂ ਕੋਈ ਕੰਮ ਕਹਿੰਦੀ ਤਾਂ ਉਹ ਇਹ ਕਹਿ ਕੇ ਇਨਕਾਰ ਕਰ ਦਿੰਦੇ ਕਿ ਮੈਂ ਇਸ ਸਮੇਂ ਬਹੁਤ ਥੱਕ ਗਿਆ ਹਾਂ, ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਆ ਗਈਆਂ ਹਨ। ਮੈਂ ਚੁੱਪ ਕਰ ਜਾਂਦੀ ਕਿਉਂਕਿ ਉਹ ਮੈਨੂੰ
ਮੈਨੂੰ ਸਾਫ਼-ਸਾਫ਼ ਜਵਾਬ ਦਿੰਦਾ ਸੀ ਅਤੇ ਆਪਣੀ ਭਰਜਾਈ ਨੂੰ ਕੁਝ ਨਹੀਂ ਕਹਿੰਦੇ ਸੀ। ਮੇਰੀ ਜਠਾਣੀ ਜਵਾਨ ਸੀ। ਮੇਰਾ ਜੇਠ ਮੇਰੇ ਪਤੀ ਨਾਲੋਂ 6 ਸਾਲ ਵੱਡੇ ਸੀ। ਉਹਨਾਂ ਦੇ ਵਿਆਹ ਤੋਂ ਬਾਅਦ ਮੇਰੀ ਸੱਸ ਅਤੇ ਮੇਰਾ ਸਹੁਰਾ ਵੀ ਇਸ ਦੁਨੀਆ ਤੋਂ ਚਲੇ ਗਏ ਸੀ। ਘਰ ਵਿੱਚ ਸਿਰਫ ਇਹ 2 ਭਰਾ ਹੀ ਰਹਿੰਦੇ ਸਨ। ਮੇਰੀ ਜਠਾਣੀ ਹੀ ਮੈਨੂੰ ਪਸੰਦ ਕਰਨ ਆਈ ਸੀ। ਮੇਰੀ ਜਠਾਣੀ ਦੇਖਣ ਵਿੱਚ ਬਹੁਤ ਸੋਹਣੀ ਸੀ। ਮੇਰੇ ਪਤੀ ਵੀ ਬਹੁਤ ਸੋਹਣੇ ਸੀ। ਮੇਰੇ ਜੇਠ ਦੀ ਸ਼ਕਲ ਠੀਕ ਠਾਕ ਸੀ, ਪਰ ਸੁਭਾਅ ਵਿੱਚ ਉਹ ਬਹੁਤ ਵਧੀਆ ਸੀ। ਮੇਰੇ ਸਹੁਰੇ ਘਰ ਵਿੱਚ ਮੈਂ 4 ਸਾਲ ਬਹੁਤ ਵਧੀਆ ਰਹੀ। ਮੇਰਾ ਜੇਠ ਮੇਰੇ ਨਾਲ ਬਿਲਕੁਲ ਛੋਟੀਆਂ ਭੈਣਾਂ ਵਾਂਗ ਪੇਸ਼ ਆਉਂਦਾ ਸੀ। ਮੇਰੀ ਜਠਾਣੀ ਨਾਲ ਵੀ ਜਨਾਬ ਕਹਿ ਕੇ ਗੱਲ ਕਰਦੀ ਸੀ। ਅਜਿਹਾ ਕਦੇ ਨਹੀਂ ਹੋਇਆ ਕਿ ਮੇਰੀ ਜਠਾਣੀ ਨੇ ਮੇਰੇ ਜੇਠ ਨੂੰ ਗੱਲ ਕਹੀ ਹੋਵੇ ਉਹ ਪੂਰੀ ਨਾ ਹੋਈ ਹੋਵੇ। ਮੇਰੇ ਪਤੀ ਸ਼ੁਰੂ ਤੋਂ ਹੀ ਮੇਰੇ ਨਾਲ ਦੁਰਵਿਹਾਰ ਕਰਦੇ ਸੀ। ਪਤਾ ਨਹੀਂ ਕਿਉਂ ਵਿਆਹ ਵਾਲੀ ਰਾਤ ਮੈਨੂੰ ਦੇਖ ਕੇ ਮੇਰੇ ਪਤੀ ਦਾ ਮੂਡ ਖਰਾਬ ਹੋ ਗਿਆ। ਮੇਰੇ ਨਾਲ ਸਿੱਧੀ ਗੱਲ ਵੀ ਨਹੀਂ ਕੀਤੀ। ਉਹ ਹਮੇਸ਼ਾ ਮੇਰੇ ਤੇ ਗੁੱਸੇ ਰਹਿੰਦੇ ਸੀ। 2 ਸਾਲ ਬਾਅਦ ਮੇਰੇ 2 ਬੱਚੇ ਹੋਏ। ਮੇਰੀ ਜਠਾਣੀ ਬੇਔਲਾਦ ਸੀ, ਪਰ ਅਜੀਬ ਗੱਲ ਇਹ ਸੀ ਕਿ ਉਸਨੇ ਮੇਰੇ ਬੱਚਿਆਂ ਨੂੰ ਫੜ ਕੇ ਕਦੇ ਵੀ ਪਿਆਰ ਨਹੀਂ ਕੀਤਾ ਸੀ। ਨਹੀਂ ਤਾਂ ਇੱਕ ਘਰ ਵਿੱਚ ਰਹਿੰਦਿਆਂ ਉਹ ਮੇਰੇ ਬੱਚਿਆਂ ਨੂੰ ਪਿਆਰ ਕਰਕੇ ਔਲਾਦ ਦੀ ਘਾਟ ਪੂਰੀ ਕਰ ਸਕਦੀ ਸੀ, ਪਰ ਉਸ ਨੇ ਹਮੇਸ਼ਾ ਆਪਣੇ ਆਪ ਤੇ ਧਿਆਨ ਦਿੱਤਾ। ਉਹ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਸੀ ਅਤੇ ਉਸ ਨੇ ਘਰ ਦੇ ਕੰਮਾਂ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਪਾ ਦਿੱਤੀ ਸੀ ਅਤੇ ਕਦੇ ਉਹ ਜਿਮ ਜਾ ਕੇ ਆਪਣੀ ਫਿਟਨੈਸ ਦਾ ਖਿਆਲ ਰੱਖਦੀ ਸੀ ਅਤੇ ਕਦੇ ਉਹ ਆਪਣੀ ਖੂਬਸੂਰਤੀ ਨੂੰ ਨਿਖਾਰਨ ਲਈ ਪਾਰਲਰ ਜਾਂਦੀ ਸੀ। ਮੇਰਾ ਪਤੀ ਮੇਰੇ ਤੋਂ ਨਾਰਾਜ਼ ਰਹਿੰਦਾ ਸੀ। ਮੇਰੇ ਕੋਲ ਰਾਤ ਨੂੰ ਹੀ ਤਿਆਰ ਹੋਣ ਦਾ ਸਮਾਂ ਹੁੰਦਾ ਸੀ। ਮੇਰੀ ਜਠਾਣੀ ਮੈਨੂੰ ਸਾਰਾ ਦਿਨ ਰਸੋਈ ਦੇ ਕੰਮ ਵਿੱਚ ਰੁਝਾਈ ਰੱਖਦੀ ਸੀ। ਜਦੋਂ ਮੈਂ ਰਾਤ ਨੂੰ ਤਿਆਰ ਹੋ ਜਾਂਦੀ ਤਾਂ ਮੇਰੇ ਪਤੀ ਕਹਿੰਦੇ, ਹੁਣ ਤੁਹਾਨੂੰ ਤਿਆਰ ਹੋਣ ਦਾ ਕੀ ਫਾਇਦਾ? ਜਦੋਂ ਮੈਂ ਆਉਂਦਾ ਹਾਂ ਤਾਂ ਤੁਸੀਂ ਪਸੀਨੇ ਵਿੱਚ ਭਿੱਜੇ ਹੁੰਨੇ ਹੋ। ਬਸ ਇਸ ਨੂੰ ਦੇਖ ਕੇ ਮੇਰਾ ਮੂਡ ਖਰਾਬ ਹੋ ਜਾਂਦਾ ਹੈ। ਇੱਕ ਤਾਂ ਪਹਿਲਾਂ ਤੁਸੀਂ ਆਮ ਦਿੱਖ ਵਾਲੇ ਹੋ। ਮੇਰੇ ਆਉਣ ਤੋਂ ਪਹਿਲਾਂ ਆਪਣੇ ਸਾਰੇ ਕੰਮ ਮੁਕਾ ਲਿਆ ਕਰੋ। ਭਾਬੀ ਜੀ ਦੇਖੋ ਕਿਵੇਂ ਵੀਰ ਦੇ ਆਉਣ ਤੋਂ ਪਹਿਲਾਂ ਹੀ ਤਿਆਰ ਹੋ ਜਾਂਦੇ ਆ। ਉਸ ਨੂੰ ਦੇਖ ਕੇ ਹੀ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ। ਮੈਨੂੰ ਮੇਰੇ ਪਤੀ ਦੀ ਹਰ ਗੱਲ ਸਮਝ ਨਹੀਂ ਆਉਂਦੀ ਸੀ। ਇਹਨਾਂ ਗੱਲਾਂ ਕਰਕੇ ਮੈਨੂੰ ਬਹੁਤ ਤਕਲੀਫ ਹੁੰਦੀ ਸੀ, ਪਰ ਮੇਰੀ ਸਮੱਸਿਆ ਇਹ ਸੀ ਕਿ ਮੈਂ ਸ਼ਾਂਤ ਸੁਭਾਅ ਵਾਲੀ ਕੁੜੀ ਸੀ। ਮੈਨੂੰ ਚਲਾਕੀਆਂ ਨਹੀਂ ਆਉਂਦੀਆਂ ਸਨ। ਮੈਨੂੰ ਮੇਰੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਕਿਹਾ ਸੀ ਕਿ ਮੈਂ ਉਸ ਦੀ ਭਰਜਾਈ ਦੀ ਕੋਈ ਗੱਲ ਨਹੀਂ ਟਾਲਣੀ, ਉਹਨਾਂ ਨਾਲ ਕਦੇ ਵੀ ਬਹਿਸ ਨਹੀਂ ਕਰਨੀ। ਮੈਂ ਕਦੇ ਵੀ ਆਪਣੀ ਜਠਾਣੀ ਨਾਲ ਕਿਸੇ ਗੱਲ ਤੇ ਬਹਿਸ ਨਹੀਂ ਕੀਤੀ ਸੀ। ਮੇਰਾ ਰੰਗ ਗੋਰਾ ਸੀ, ਪਰ ਘਰ ਦੀਆਂ ਜ਼ਿੰਮੇਵਾਰੀਆਂ ਕਾਰਨ ਮੈਨੂੰ ਮੇਰੇ ਪਤੀ ਦੇ ਘਰ ਆਉਣ ਤੋਂ ਪਹਿਲਾਂ ਤਿਆਰ ਹੋਣ ਦਾ ਸਮਾਂ ਨਹੀਂ ਮਿਲਦਾ ਸੀ। ਅਸਲ ਵਿੱਚ ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਮੇਰੇ ਪਤੀ ਦੇ ਆਉਣ ਦਾ ਸਮਾਂ ਹੁੰਦਾ ਤਾਂ ਮੈਂ ਰਸੋਈ ਦਾ ਕੰਮ ਖਤਮ ਕਰਕੇ ਕਮਰੇ ਵਿੱਚ ਜਾਂਦੀ ਤਾਂ ਮੇਰੀ ਜਠਾਣੀ ਤਿਆਰ ਹੋ ਕੇ ਆਪਣੇ ਕਮਰੇ ਵਿੱਚੋਂ ਬਾਹਰ ਆ ਜਾਂਦੀ ਅਤੇ ਮੈਨੂੰ ਕਹਿੰਦੀ, ਨੇਹਾ ਤੁਸੀਂ ਸਲਾਦ ਤਿਆਰ ਨਹੀਂ ਕੀਤਾ? ਕੀ ਤੁਸੀਂ ਨਹੀਂ ਜਾਣਦੇ ਕਿ ਤੇਰੇ ਪਤੀ ਨੂੰ ਸਲਾਦ ਕਿੰਨਾ ਪਸੰਦ ਹੈ? ਚਲੋ ਪਹਿਲਾਂ ਸਲਾਦ ਤਿਆਰ ਕਰ ਦਿਓ। ਤੁਸੀਂ ਕਿਸ ਤਰ੍ਹਾਂ ਦੀ ਪਤਨੀ ਹੋ? ਤੁਸੀਂ ਆਪਣੇ ਪਤੀ ਦੀ ਪਸੰਦ ਨਾਪਸੰਦ ਵੀ ਨਹੀਂ ਜਾਣਦੇ। ਮੇਰੇ ਵੱਲ ਦੇਖੋ। ਮੇਰੇ ਪਤੀ ਦੇ ਨਾਲ ਨਾਲ ਮੈਨੂੰ ਤੇਰੇ ਪਤੀ ਦੀ ਪਸੰਦ ਨਾਪਸੰਦ ਵੀ ਚੰਗੀ ਤਰ੍ਹਾਂ ਪਤਾ ਹੈ। ਮੈਂ ਸਲਾਦ ਤਿਆਰ ਕਰ ਦਿੱਤਾ। ਮੇਰੇ ਪਤੀ ਦੇ ਘਰ ਪਰਤਦਿਆਂ ਹੀ ਮੇਰੀ ਜਠਾਣੀ ਝੱਟ ਦਰਵਾਜ਼ਾ ਖੋਲ ਕੇ ਮੁਸਕਰਾ ਕੇ ਮੇਰੇ ਪਤੀ ਦਾ ਸਵਾਗਤ ਕਰਦੀ ਅਤੇ ਮੇਰਾ ਪਤੀ ਵੀ ਮੁਸਕਰਾ ਕੇ ਜਵਾਬ ਦਿੰਦੇ। ਉਹ ਇਹ ਵੀ ਕਹਿੰਦੇ ਕਿ ਭਾਬੀ ਅੱਜ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ। ਨੇਹਾ ਨੂੰ ਥੋੜਾ ਜਿਹਾ ਮੇਕਅਪ ਕਰਨਾ ਵੀ ਸਿਖਾਓ। ਜਦੋਂ ਵੀ ਮੈਂ ਘਰ ਆਉਂਦਾ ਹਾਂ ਉਹ ਰਸੋਈ ਵਿੱਚ ਹੀ ਦਿਖਾਈ ਦਿੰਦੀ ਹੈ। ਥੋੜਾ ਜਿਹਾ ਵੀ ਉਸ ਦੇ ਨੇੜੇ ਤੇੜੇ ਉਸ ਨਾਲ ਗੱਲ ਕਰਦੇ ਹਾਂ ਤਾਂ ਅਦਰਕ ਲਸਣ ਅਤੇ ਪਸੀਨੇ ਦੀ ਮਹਿਕ ਮੈਨੂੰ ਬੇਚੈਨ ਕਰਨ ਲੱਗਦੀ ਹੈ ਅਤੇ ਮੇਰੀ ਭਾਬੀ ਮੇਰੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗਦੀ ਹੈ। ਉਹ ਕਹਿੰਦੀ, ਭਾਈ ਤੇਰੀ ਪਤਨੀ ਬਹੁਤ ਆਲਸੀ ਹੈ, ਸਾਰਾ ਦਿਨ ਘਰ ਦਾ ਕੰਮ ਵੀ ਨਹੀਂ ਮੁਕਾ ਸਕਦੀ। ਮੈਂ ਤੇਰੇ ਭਰਾ ਦੇ ਆਉਣ ਤੋਂ ਪਹਿਲਾਂ ਸਾਰਾ ਕੰਮ ਮੁਕਾ ਲੈਂਦੀ ਹਾਂ ਤੇ ਕਿੰਨੀ ਤਰੋ ਤਾਜ਼ਾ ਹੋ ਜਾਂਦੀ ਹਾਂ। ਪਰ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਹ ਸੁੰਦਰਤਾ ਸਿਰਫ ਮੇਰੇ ਪਤੀ ਨੂੰ ਹੀ ਦਿਖਾਉਂਦੀ ਸੀ। ਜਦੋਂ ਮੇਰੇ ਜੇਠ ਕੰਮ ਤੋਂ ਥੱਕੇ ਆਉਂਦੇ ਤਾਂ ਵੀ ਉਹ ਵਿਹੜੇ ਵਿੱਚ ਬੈਠ ਕੇ ਮੇਰੇ ਪਤੀ ਨਾਲ ਗੱਲਾਂ ਕਰਨ ਵਿੱਚ ਰੁੱਝੀ ਰਹਿੰਦੀ। ਜੇ ਬਾਹਰ ਦਰਵਾਜ਼ੇ ਦੀ ਘੰਟੀ ਵੱਜਦੀ ਤਾਂ ਮੈਨੂੰ ਕਹਿੰਦੀ, ਨੇਹਾ ਦਰਵਾਜ਼ਾ ਖੋਲੋ, ਤੇਰੇ ਜੇਠ ਜੀ ਆਏ ਹੋਣਗੇ। ਰਸੋਈ ਵਿੱਚ ਸਲਾਦ ਕੱਟ ਕੇ ਰੋਟੀਆਂ ਬਣਾ ਕੇ ਮੈਂ ਬਾਹਰ ਜਾ ਕੇ ਦਰਵਾਜ਼ਾ ਖੋਲ੍ਹਦੀ ਅਤੇ ਆਪਣੇ ਜੇਠ ਨੂੰ ਸਲਾਮ ਕਰਦੀ ਅਤੇ ਆਪਣੇ ਕਮਰੇ ਵਿੱਚ ਚਲੀ ਜਾਂਦੀ।
ਜਦੋਂ ਮੈਂ ਨਹਾ ਕੇ ਜਲਦੀ ਹੇਠਾਂ ਆਉਂਦੀ ਤਾਂ ਮੇਰੀ ਜਠਾਣੀ ਨੇ ਪਹਿਲਾਂ ਹੀ ਮੇਜ਼ ਤੇ ਖਾਣਾ ਪਰੋਸਿਆ ਹੁੰਦਾ। ਅਸਲ ਵਿੱਚ ਕਈ ਵਾਰ ਅਜਿਹਾ ਹੁੰਦਾ ਕਿ ਮੇਰੀ ਜਠਾਣੀ ਅਤੇ ਮੇਰੇ ਪਤੀ ਨੇ ਪਹਿਲਾਂ ਹੀ ਖਾਣਾ ਖਾ ਲਿਆ ਹੁੰਦਾ। ਮੇਰੇ ਜੇਠ ਵੀ ਥੱਕੇ ਹੋਏ ਹੁੰਦੇ ਸੀ। ਜਦੋਂ ਉਹ ਨਹਾ ਕੇ ਆਉਂਦੇ ਤਾਂ ਉਹਨਾਂ ਦਾ ਖਾਣਾ ਵੀ ਢੱਕ ਕੇ ਰੱਖਿਆ ਹੋਇਆ ਹੁੰਦਾ ਸੀ। ਮੇਰੇ ਜੇਠ ਇਹਨਾਂ ਗੱਲਾਂ ਨੂੰ ਮਹਿਸੂਸ ਨਹੀਂ ਕਰਦੇ ਸਨ, ਬਸ ਚੁੱਪਚਾਪ ਖਾਣਾ ਖਾ ਲੈਂਦੇ ਸੀ। ਜਿਵੇਂ ਹੀ ਮੈਂ ਰੋਟੀ ਖਾ ਕੇ ਵਿਹਲੀ ਹੁੰਦੀ ਤਾਂ ਮੇਰੀ ਜਠਾਣੀ ਮੈਨੂੰ ਕਹਿੰਦੀ ਕਿ ਹੁਣ ਤੁਸੀਂ ਰਸੋਈ ਦਾ ਧਿਆਨ ਰੱਖੋ, ਮੈਂ ਬਹੁਤ ਥੱਕ ਗਈ ਹਾਂ। ਮੈਂ ਮੇਜ਼ ਤੋਂ ਭਾਂਡੇ ਚੁੱਕਣ ਲੱਗਦੀ ਅਤੇ ਇਹ ਵੀ ਸੋਚਦੀ ਕਿ ਪਹਿਲਾਂ ਵੀ ਮੈਂ ਰਸੋਈ ਨੂੰ ਸੰਭਾਲਦੀ ਸੀ, ਉਹ ਕਰਦੀ ਵੀ ਕੀ ਹੈ, ਉਹ ਸਿਰਫ ਆਪਣੀ ਸੁੰਦਰਤਾ ਨੂੰ ਚਮਕਾਉਂਦੀ ਰਹਿੰਦੀ ਹੈ। ਵਿਆਹ ਦੇ ਕੁਝ ਮਹੀਨਿਆਂ ਵਿੱਚ ਹੀ ਮੈਂ ਗਰਭਵਤੀ ਹੋ ਗਈ ਅਤੇ ਮੇਰੇ ਪਤੀ ਦਾ ਰਵੱਈਆ ਵੀ ਪਹਿਲਾਂ ਨਾਲੋਂ ਚੰਗਾ ਹੋ ਗਿਆ ਸੀ। ਜਦੋਂ ਮੇਰਾ ਪਹਿਲਾ ਬੇਟਾ ਹੋਇਆ, ਮੇਰੇ ਪਤੀ ਦੇ ਨਾਲ ਮੇਰਾ ਜੇਠ ਵੀ ਬਹੁਤ ਖੁਸ਼ ਸੀ। ਉਸ ਨੂੰ ਬੱਚੇ ਦੀ ਬਹੁਤ ਇੱਛਾ ਸੀ। ਜਦੋਂ ਵੀ ਉਹ ਘਰ ਪਰਤਦੇ ਤਾਂ ਉਹ ਮੇਰੇ ਪੁੱਤਰ ਨੂੰ ਫੜ ਲੈਂਦੇ ਅਤੇ ਉਸ ਨੂੰ ਪਿਆਰ ਕਰਨ ਲੱਗ ਜਾਂਦੇ। ਇਸ ਦੇ ਉਲਟ ਮੇਰੀ ਜਠਾਣੀ ਨੇ ਮੇਰੇ ਪੁੱਤਰ ਨੂੰ ਕਦੇ ਨਹੀਂ ਫੜਿਆ। ਉਹ ਆਪਣੀ ਜ਼ੁਬਾਨ ਤੋਂ ਵੀ ਕਹਿ ਦਿੰਦੀ ਸੀ ਕਿ ਉਸ ਨੂੰ ਬੱਚਾ ਪੈਦਾ ਕਰਨ ਦੀ ਬਹੁਤ ਇੱਛਾ ਸੀ, ਪਰ ਮੈਂ ਉਸ ਦੀਆਂ ਅੱਖਾਂ ਵਿੱਚ ਕਦੇ ਬੱਚੇ ਪ੍ਰਤੀ ਲਾਲਸਾ ਨਹੀਂ ਦੇਖੀ ਸੀ। ਮੇਰਾ ਵੱਡਾ ਪੁੱਤਰ ਅਜੇ ਕੁਝ ਮਹੀਨਿਆਂ ਦਾ ਹੀ ਸੀ ਕਿ ਮੈਂ ਦੁਬਾਰਾ ਗਰਭਵਤੀ ਹੋ ਗਈ ਸੀ। ਮੈਂ ਸੋਚਿਆ ਕਿ ਮੇਰੀ ਖਰਾਬ ਸਿਹਤ ਦੇਖ ਕੇ ਮੇਰੀ ਜਠਾਣੀ ਮੈਨੂੰ ਸਮਝ ਲਵੇਗੀ, ਪਰ ਮੇਰੀ ਜ਼ਿੰਮੇਵਾਰੀ ਸਿਰਫ ਇੰਨੀ ਹੀ ਰਹਿ ਗਈ। ਇੱਕ ਛੋਟੇ ਬੱਚੇ ਨਾਲ ਖਰਾਬ ਹਾਲਤ ਵਿੱਚ ਵੀ ਮੈਂ ਰਸੋਈ ਦਾ ਸਾਰਾ ਕੰਮ ਸੰਭਾਲਦੀ ਸੀ ਅਤੇ ਕਦੇ ਮੇਰੇ ਪਤੀ ਨੂੰ ਸ਼ਿਕਾਇਤ ਕਰ ਵੀ ਦਿੰਦੀ ਕਿ ਮੇਰੀ ਭਰਜਾਈ ਨੇ ਮੇਰੀ ਬਿਲਕੁਲ ਮਦਦ ਨਾ ਕੀਤੀ, ਤਾਂ ਉਹ ਮੇਰੇ ਤੇ ਰੌਲਾ ਪਾਉਣ ਲੱਗ ਜਾਂਦੇ ਅਤੇ ਕਹਿੰਦੇ ਕਿ ਹੁਣ ਤੁਸੀਂ ਅਨਪੜ੍ਹ ਔਰਤਾਂ ਵਾਂਗ ਲੜਾਈ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਘਰ ਵਿੱਚ ਬੈਰ ਪੈ ਜਾਵੇ। ਇੱਕ ਭਾਬੀ ਵੀ ਹੈ, ਉਸਨੇ ਕਦੇ ਤੁਹਾਡੇ ਬਾਰੇ ਮਾੜਾ ਨਹੀਂ ਬੋਲਿਆ ਕਿਉਂਕਿ ਉਹ ਘਰ ਬਣਾਉਣ ਜਾਣਦੀ ਹੈ, ਰਿਸ਼ਤੇ ਨਿਭਾਉਣਾ ਜਾਣਦੀ ਹੈ। ਉਹ ਤੁਹਾਡੇ ਵਰਗੀ ਨਹੀਂ ਹੈ। ਖਬਰਦਾਰ, ਮੇਰੀ ਭਰਜਾਈ ਦੇ ਖਿਲਾਫ ਕੁਝ ਕਿਹਾ ਤਾਂ ਥੋੜਾ ਜਿਹਾ ਕੰਮ ਕੀ ਵੱਧ ਗਿਆ, ਤੂੰ ਤਾਂ ਮੇਰੇ ਸਿਰ ਤੇ ਖੜੀ ਹੋ ਗਈ। ਮੇਰੇ ਪਤੀ ਨੇ ਮੇਰੀ ਬਿਲਕੁਲ ਨਹੀਂ ਸੁਣੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਭਾਬੀ ਸਾਰਾ ਦਿਨ ਕੀ ਕਰਦੀ ਹੈ। ਰਸੋਈ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਪਾ ਦਿੱਤੀ ਸੀ। ਉਹ ਸਫਾਈ ਅਤੇ ਕੱਪੜੇ ਧੋਣ ਦਾ ਕੰਮ ਕਰਦੀ ਸੀ, ਮਗਰ ਕੀ ਕੰਮ ਕਰਨਾ ਬਾਕੀ ਸੀ। ਦੂਜਾ ਪੁੱਤਰ ਹੋਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਬਿਜ਼ੀ ਰਹਿੰਦੀ ਸੀ। ਅਕਸਰ ਅਜਿਹਾ ਹੁੰਦਾ ਸੀ ਕਿ ਮੈਂ ਬੱਚਿਆਂ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨਾਲ ਆਪਣੇ ਪਤੀ ਨੂੰ ਬਿਲਕੁਲ ਸਮਾਂ ਨਹੀਂ ਦੇ ਪਾਉਂਦੀ ਸੀ। ਬਾਕੀ ਸਾਰਾ ਦਿਨ ਮੈਂ ਥੱਕੀ ਹੋਈ ਹੁੰਦੀ ਸੀ। ਲੇਟਦਿਆਂ ਹੀ ਮੈਨੂੰ ਨੀਂਦ ਆ ਜਾਂਦੀ ਸੀ। ਮੈਨੂੰ ਆਪਣੇ ਵੱਲ ਧਿਆਨ ਦੇਣ ਦਾ ਸਮਾਂ ਵੀ ਨਹੀਂ ਮਿਲਦਾ ਸੀ ਅਤੇ ਅਜੀਬ ਗੱਲ ਇਹ ਸੀ ਕਿ ਮੇਰੇ ਪਤੀ ਨੇ ਮੈਨੂੰ ਸ਼ਿਕਾਇਤ ਕਰਨੀ ਬੰਦ ਕਰ ਦਿੱਤੀ ਸੀ। ਫਿਰ ਮੈਂ ਸੋਚਿਆ ਕਿ ਮੇਰਾ ਪਤੀ ਮੇਰੀ ਬੇਬਸੀ ਨੂੰ ਸਮਝ ਰਿਹਾ ਹੈ, ਪਰ ਅਸਲੀਅਤ ਕੁਝ ਹੋਰ ਸੀ। ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਮੇਰੇ ਜੇਠ ਜੀ ਬਹੁਤ ਚੁੱਪਚਾਪ ਰਹਿਣ ਲੱਗ ਪਏ ਅਤੇ ਉਹ ਬਹੁਤ ਸਾਰੀਆਂ ਸਿਰਗਟਾਂ ਵੀ ਪੀਣ ਲੱਗ ਪਏ ਸੀ। ਉਹ ਪਹਿਲਾਂ ਸਿਰਗਟਾਂ ਪੀਂਦੇ ਸੀ, ਪਰ ਕਦੇ ਕਤਾਈ, ਪਰ ਹੁਣ ਤਾਂ ਉਹ ਹਰ ਵੇਲੇ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਸਿਰਗਟ ਪੀਂਦੇ ਨਜ਼ਰ ਆਉਂਦੇ ਸੀ। ਮੇਰੀ ਜਠਾਣੀ ਦਾ ਇਹ ਰੁਟੀਨ ਸੀ, ਆਪਣੀ ਫਿਟਨੈਸ, ਹਾਰ ਸ਼ਿੰਗਾਰ ਦਾ ਖਿਆਲ ਰੱਖਣਾ। ਉਹ ਲਾਪਰਵਾਹ ਕਿਸਮ ਦੀ ਔਰਤ ਸੀ, ਜਾਂ ਸ਼ਾਇਦ ਉਸ ਨੂੰ ਇਹ ਖੁਦ ਪਸੰਦ ਸੀ। ਉਹ ਮੇਰੇ ਜੇਠ ਦੀ ਬਹੁਤੀ ਪਰਵਾਹ ਨਹੀਂ ਕਰਦੀ ਸੀ। ਮੇਰੇ ਬੱਚਿਆਂ ਦੀ ਹਾਲਤ ਜੁੜਵਾਂ ਬੱਚਿਆਂ ਵਰਗੀ ਸੀ। ਜੇ ਇੱਕ ਬਿਮਾਰ ਹੋ ਜਾਂਦਾ ਤਾਂ ਦੂਜਾ ਵੀ ਬਿਮਾਰ ਹੋ ਜਾਂਦਾ। ਇੱਕ ਨੂੰ ਭੁੱਖ ਲੱਗ ਜਾਂਦੀ ਤਾਂ ਦੂਜੇ ਨੂੰ ਵੀ ਭੁੱਖ ਲੱਗ ਜਾਂਦੀ ਸੀ। ਫਿਰ ਮੈਨੂੰ ਦੁੱਧ ਬਣਾਉਣ ਲਈ ਰਾਤ ਨੂੰ ਉੱਠ ਕੇ ਰਸੋਈ ਵਿੱਚ ਜਾਣਾ ਪੈਂਦਾ ਸੀ। ਜਦੋਂ ਵੀ ਮੈਂ ਕਮਰੇ ਤੋਂ ਬਾਹਰ ਆਂਗਣ ਵਿੱਚ ਆਉਂਦੀ ਤਾਂ ਮੇਰੇ ਜੇਠ ਜੀ ਆਪਣੇ ਕਮਰੇ ਵਿੱਚ ਬੈਠਣ ਦੀ ਬਜਾਏ ਆਂਗਣ ਵਿੱਚ ਬੈਠੇ ਸਿਰਗਟ ਪੀ ਰਹੇ ਹੁੰਦੇ। ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਰਹਿੰਦੇ ਸੀ। ਨਾ ਤਾਂ ਉਸ ਨੂੰ ਮੇਰੇ ਰਸੋਈ ਵਿੱਚ ਆਉਣ ਦਾ ਪਤਾ ਲੱਗਦਾ ਅਤੇ ਨਾ ਹੀ ਉਸ ਨੂੰ ਵਾਪਸ ਕਮਰੇ ਵਿੱਚ ਜਾਣ ਦਾ ਪਤਾ ਲੱਗਦਾ। ਉਹ ਆਪਣੇ ਹੀ ਖਿਆਲਾਂ ਵਿੱਚ ਮਸਤ ਰਹਿੰਦਾ ਸੀ। ਆਪਣੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਦੋਵੇਂ ਬੱਚੇ ਰੋ ਰਹੇ ਸਨ ਅਤੇ ਮੇਰਾ ਪਤੀ ਉਹਨਾਂ ਦੇ ਰੋਣ ਦੇ ਕਾਰਨ ਗੁੱਸੇ ਵਿੱਚ ਜਾਗ ਪਏ। ਜਦੋਂ ਮੈਂ ਦੋਹਾਂ ਬੱਚਿਆਂ ਨੂੰ ਦੁੱਧ ਪਿਲਾਇਆ ਤਾਂ ਉਹ ਚੁੱਪ ਹੋ ਗਏ। ਮੈਂ ਸਹਿਜੇ ਹੀ ਕਿਹਾ ਕਿ ਵੱਡੇ ਬਾਈ ਇੰਨੀ ਦਿਨੀ ਬਹੁਤ ਸ਼ਾਂਤ ਰਹਿੰਦੇ ਹਨ, ਸਿਗਰਟ ਵੀ ਬਹੁਤ ਪੀਂਦੇ ਹੈ, ਕੀ ਕਾਰਨ ਹੈ? ਉਹਨਾਂ ਨੇ ਕਿਹਾ ਕਿ ਦਫ਼ਤਰ ਦੀ ਟੈਨਸ਼ਨ ਹੋਵੇਗੀ, ਠੀਕ ਹੋ ਜਾਣਗੇ। ਇਹ ਕਹਿ ਕੇ ਉਹ ਲੇਟ ਗਏ ਅਤੇ ਸੌਂ ਗਏ। ਪਰ ਵੱਡੇ ਬਾਈ ਠੀਕ ਹੋਣ ਦੀ ਬਜਾਏ ਆਪਣੇ ਗਮ ਛੁਪਾਈ ਦੁਨੀਆ ਤੋਂ ਰੁਖਸਤ ਹੋ ਗਏ ਸੀ ਅਤੇ ਹੁਣ ਮੇਰੀ ਜਠਾਣੀ ਨੇ ਇੱਕ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਸੀ ਕਿ ਜਿਵੇਂ ਹੀ ਮੇਰੇ ਪਤੀ ਦਫ਼ਤਰ ਤੋਂ ਘਰ ਆਉਂਦੇ ਤਾਂ ਉਹ ਕਮਰੇ ਤੋਂ ਬਾਹਰ ਆ ਜਾਂਦੀ ਅਤੇ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਅਤੇ ਚੱਕਰ ਆਉਂਦੇ ਹੀ ਬੇਹੋਸ਼ ਹੋ ਜਾਂਦੀ ਅਤੇ ਮੇਰਾ ਪਤੀ ਉਸ ਨੂੰ ਆਪਣੀ ਗੋਦੀ ਵਿੱਚ ਲੈ ਕੇ ਅਤੇ ਕਾਰ ਵਿੱਚ ਬਿਠਾ ਕੇ ਡਾਕਟਰ ਕੋਲ ਲੈ ਜਾਂਦੇ।
ਜਦੋਂ ਉਹ ਵਾਪਸ ਘਰ ਆਉਂਦੀ ਤਾਂ ਖੁਸ਼ ਨਜ਼ਰ ਆਉਂਦੀ। ਮੈਂ ਉਸ ਦਿਨ ਹੈਰਾਨ ਰਹਿ ਗਈ, ਜਿਸ ਦਿਨ ਉਹ ਆਪਣੇ ਪਤੀ ਦੇ ਸੋਗ ਵਿੱਚ ਰੰਗਦਾਰ ਕੱਪੜੇ ਪਾ ਕੇ ਅਤੇ ਪੂਰਾ ਮੇਕਅਪ ਕਰਕੇ ਕਮਰੇ ਤੋਂ ਬਾਹਰ ਆਏ। ਫਿਰ ਉਹ ਰੋਣ ਲੱਗ ਪਈ। ਮੂੰਹ ਬਣਾ ਕੇ ਉਸਨੇ ਹੌਲੀ ਜਿਹੀ ਮੇਰੇ ਪਤੀ ਨੂੰ ਕਿਹਾ ਕਿ ਤੇਰਾ ਵੱਡਾ ਭਾਈ ਮੈਨੂੰ ਇਸ ਤਰ੍ਹਾਂ ਪਸੰਦ ਕਰਦਾ ਸੀ। ਉਹ ਕਹਿੰਦਾ ਸੀ ਕਿ ਤੂੰ ਹਮੇਸ਼ਾ ਚੰਗੀ ਤਰ੍ਹਾਂ ਤਿਆਰ ਹੋ ਕੇ ਰਿਹਾ ਕਰ, ਪਰ ਹੁਣ ਉਹ ਨਹੀਂ ਰਿਹਾ। ਕੀ ਲੋਕ ਮੈਨੂੰ ਇਸ ਤਰ੍ਹਾਂ ਸਜੀ ਸਵਾਰੀ ਦੇਖ ਕੇ ਜੀਣ ਦੇਣਗੇ ਜਿਵੇਂ ਉਹਨਾਂ ਨੂੰ ਪਸੰਦ ਸੀ? ਉਸ ਦੀ ਗੱਲ ਸੁਣ ਕੇ ਮੇਰਾ ਪਤੀ ਵੀ ਉਸ ਦੀ ਤਾਰੀਫ ਕਰਨ ਲੱਗ ਪਏ। ਕਹਿਣ ਲੱਗੇ, ਤੁਸੀਂ ਹਰ ਰੋਜ਼ ਉਸੇ ਤਰ੍ਹਾਂ ਹੀ ਤਿਆਰ ਰਿਹਾ ਕਰੋ ਜਿਸ ਤਰ੍ਹਾਂ ਵੱਡੇ ਭਾਈ ਨੂੰ ਪਸੰਦ ਸੀ। ਜੇ ਉਹ ਕੁਝ ਗਲਤ ਵੀ ਬੋਲਦੇ ਤਾਂ ਮੇਰੀ ਉਸ ਦੇ ਸਾਹਮਣੇ ਕੁਝ ਕਹਿਣ ਦੀ ਵੀ ਹਿੰਮਤ ਨਹੀਂ ਸੀ। ਹੁਣ ਮੇਰੀ ਜਠਾਣੀ ਹਰ ਰੋਜ਼ ਤਿਆਰ ਹੋਣ ਲੱਗ ਪਈ ਸੀ। ਉਹ ਘੰਟਿਆਂ ਬੱਧੀ ਮੇਰੇ ਪਤੀ ਨਾਲ ਗੱਲਾਂ ਕਰਦੀ। ਮੈਂ ਹੁਣ ਇਹ ਸਭ ਦੇਖਣ ਦੇ ਯੋਗ ਨਹੀਂ ਸੀ। ਹਰ ਰੋਜ਼ 2-3 ਦਿਨ ਬਾਅਦ ਉਹ ਬੇਹੋਸ਼ ਹੋਣ ਦਾ ਦਿਖਾਵਾ ਕਰਦੀ। ਹੁਣ ਜਦੋਂ ਮੇਰੇ ਪਤੀ ਨਾਲ ਘਰ ਵਾਪਸ ਆਉਂਦੀ ਤਾਂ ਮੇਰੀ ਜਠਾਣੀ ਦੇ ਹੱਥਾਂ ਵਿੱਚ ਸ਼ਾਪਿੰਗ ਬੈਗ ਹੁੰਦੇ ਅਤੇ ਮੇਰਾ ਪਤੀ ਮੈਨੂੰ ਕਹਿੰਦਾ ਕਿ ਮੈਂ ਭਾਬੀ ਨੂੰ ਖੁਸ਼ ਕਰਨ ਲਈ ਉਸ ਨੂੰ ਸ਼ਾਪਿੰਗ ਕਰਨ ਲਈ ਲੈ ਗਿਆ, ਤਾਂ ਜੋ ਉਸ ਨੂੰ ਇਹ ਨਾ ਲੱਗੇ ਕਿ ਵੱਡਾ ਬਾਈ ਨਹੀਂ ਹੈ ਤਾਂ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਮੇਰੀਆਂ ਅੱਖਾਂ ਨੇ ਜੋ ਵੀ ਦੇਖਿਆ ਉਹ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ। ਰਾਤ ਨੂੰ ਜਦੋਂ ਮੈਂ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣੀ ਤਾਂ ਮੈਂ ਉੱਠ ਕੇ ਬੈਠੀ ਹੋਈ ਤਾਂ ਦੇਖਿਆ ਬਿਸਤਰਾ ਖਾਲੀ ਸੀ ਅਤੇ ਮੇਰਾ ਪਤੀ ਗਾਇਬ ਸੀ। ਜਦੋਂ ਮੈਂ ਬੱਚਿਆਂ ਦਾ ਦੁੱਧ ਲੈਣ ਲਈ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਨੂੰ ਮੇਰੀ ਜਠਾਣੀ ਦੇ ਹੱਸਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਹੌਲੀ-ਹੌਲੀ ਕਦਮ ਚੁੱਕਦੀ ਹੋਈ ਉਸ ਦੇ ਕਮਰੇ ਤੱਕ ਪਹੁੰਚ ਗਈ। ਦਰਵਾਜ਼ਾ ਬੰਦ ਸੀ ਪਰ ਖਿੜਕੀ ਦਾ ਪਰਦਾ ਖੁੱਲਿਆ ਹੋਇਆ ਸੀ। ਮੇਰੀਆਂ ਅੱਖਾਂ ਨੇ ਜੋ ਵੀ ਦੇਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਕੇ ਰੋਣ ਲੱਗ ਪਈ। ਮੈਂ ਬੱਚਿਆਂ ਨੂੰ ਦੁੱਧ ਪਿਲਾਇਆ ਅਤੇ ਉਹਨਾਂ ਨੂੰ ਸੁਆ ਦਿੱਤਾ। ਕੁਝ ਦੇਰ ਬਾਅਦ ਉਹ ਮੁਸਕਰਾਉਂਦੇ ਹੋਏ ਕਮਰੇ ਵਿੱਚ ਦਾਖਲ ਹੋਏ। ਮੈਨੂੰ ਦੇਖ ਕੇ ਉਹ ਕਹਿਣ ਲੱਗੇ, ਤੁਸੀਂ ਹਜੇ ਵੀ ਜਾਗ ਰਹੇ ਹੋ? ਮੈਂ ਪੁੱਛਿਆ, ਤੁਸੀਂ ਕਿੱਥੇ ਸੀ? ਤਾਂ ਉਹ ਕਹਿਣ ਲੱਗਾ, ਭਾਬੀ ਭਰਾ ਦੇ ਜਾਣ ਤੋਂ ਬਾਅਦ ਬਹੁਤ ਦੁਖੀ ਹੋ ਗਈ ਸੀ। ਜਦੋਂ ਮੈਂ ਪਾਣੀ ਪੀਣ ਲਈ ਕਮਰੇ ਤੋਂ ਬਾਹਰ ਗਿਆ ਤਾਂ ਉਸ ਦੇ ਕਮਰੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਲਈ ਮੈਂ ਉਸ ਕੋਲ ਚਲਾ ਗਿਆ, ਉਸ ਨੂੰ ਦਿਲਾਸਾ ਦਿੱਤਾ। ਮੈਂ ਥੋੜਾ ਜਿਹਾ ਮੁਸਕਰਾ ਕੇ ਕਿਹਾ ਕਿ ਤੁਹਾਡੇ ਇੱਥੇ ਭਾਬੀ ਨੂੰ ਜੱਫੀ ਪਾ ਕੇ ਦਿਲਾਸਾ ਦਿੱਤਾ ਜਾਂਦਾ ਹੈ। ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖਣ ਲੱਗਾ ਅਤੇ ਕਹਿਣ ਲੱਗਾ, ਤੁਸੀਂ ਮੈਨੂੰ ਗੁਪਤ ਰੂਪ ਵਿੱਚ ਦੇਖਦੇ ਹੋ, ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ? ਉਹ ਮੇਰੀ ਭਰਜਾਈ, ਮੇਰੇ ਭਰਾ ਦੀ ਪਤਨੀ ਹੈ। ਮੈਂ ਉਸ ਨੂੰ ਉਸ ਦਾ ਛੋਟਾ ਭਰਾ ਸਮਝ ਕੇ ਦਿਲਾਸਾ ਦੇ ਰਿਹਾ ਸੀ। ਪਰ ਜੇ ਤੁਸੀਂ ਇਸ ਤਰ੍ਹਾਂ ਮੇਰੇ ਤੇ ਸ਼ੱਕ ਕਰਦੇ ਰਹੇ ਤਾਂ ਹਾਂ, ਮੈਂ ਉਸ ਨਾਲ ਵਿਆਹ ਕਰਾ ਲਵਾਂਗਾ। ਇਹ ਸੁਣ ਕੇ ਮੇਰੀ ਆਵਾਜ਼ ਨਾ ਨਿਕਲੀ। ਮੇਰੇ ਪੇਕੇ ਅਮੀਰ ਨਹੀਂ ਸੀ। ਉਦੋਂ ਮੇਰੀਆਂ ਹੋਰ ਛੋਟੀਆਂ ਭੈਣਾਂ ਸਨ ਜੋ ਵਿਆਹ ਦੇ ਯੋਗ ਸਨ ਅਤੇ ਉਹਨਾਂ ਦੇ ਚੰਗੇ ਰਿਸ਼ਤੇ ਦੀ ਉਡੀਕ ਕਰ ਰਹੇ ਸੀ। ਮੈਂ ਆਪਣੇ ਮਾਤਾ ਪਿਤਾ ਦੇ ਘਰ ਆਪਣੇ 2 ਬੱਚਿਆਂ ਨਾਲ ਨਹੀਂ ਬੈਠ ਸਕਦੀ ਸੀ। ਮੈਂ ਚੁੱਪ ਵੱਟ ਲਈ ਸੀ। ਮੇਰੀ ਜਠਾਣੀ ਹੁਣ ਆਰਾਮ ਨਾਲ ਬਾਹਰ ਖਾਣਾ ਖਾਣ ਲਈ ਵੀ ਚਲੀ ਜਾਂਦੀ ਸੀ। ਉਸ ਨੇ ਮੇਰੇ ਤੇ ਹੁਕਮ ਚਲਾਉਣੇ ਵੀ ਸ਼ੁਰੂ ਕਰ ਦਿੱਤੇ ਸੀ, ਪਰ ਮੈਂ ਕਦੋਂ ਤੱਕ ਬਰਦਾਸ਼ਤ ਕਰਦੀ ਰਹਿੰਦੀ। ਇੱਕ ਦਿਨ ਮੈਂ ਰੌਲਾ ਪਾਉਣ ਲੱਗੀ। ਮੈਂ ਕਿਹਾ, ਤੁਹਾਡੇ ਅੰਦਰ ਸ਼ਰਾਫਤ ਨਾਮ ਦੀ ਕੋਈ ਚੀਜ਼ ਹੈ ਜਾਂ ਨਹੀਂ? ਅਤੇ ਕੀ ਤੁਹਾਨੂੰ ਮੇਰੇ ਪਤੀ ਨਾਲ ਰਹਿੰਦਿਆਂ ਸ਼ਰਮ ਨਹੀਂ ਆਉਂਦੀ? ਉਹ ਮੇਰਾ ਪਤੀ ਹੈ, ਪਰ ਰਾਤ ਨੂੰ ਤੁਸੀਂ ਉਸ ਨੂੰ ਰੋ ਧੋ ਕੇ ਆਪਣੇ ਕਮਰੇ ਵਿੱਚ ਬੁਲਾ ਲੈਂਦੇ ਹੋ। ਉਸ ਦਿਨ ਵੀ ਜਦੋਂ ਮੈਂ ਕਮਰੇ ਦੀ ਖਿੜਕੀ ਤੋਂ ਦੇਖਿਆ ਤਾਂ ਤੁਸੀਂ ਉਸ ਨੂੰ ਜੱਫੀ ਪਾ ਕੇ ਹੱਸ ਰਹੇ ਸੀ ਅਤੇ ਕਹਿ ਰਹੇ ਸੀ, ਤੁਸੀਂ ਬਿਲਕੁਲ ਮੇਰੇ ਪਤੀ ਵਰਗੇ ਲੱਗਦੇ ਹੋ। ਜਦੋਂ ਤੁਸੀਂ ਮੇਰੇ ਕੋਲ ਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਪਤੀ ਮੇਰੇ ਨਾਲ ਹੈ। ਕਿਰਪਾ ਕਰਕੇ ਤੁਸੀਂ ਮੇਰੇ ਕੋਲੋਂ ਉੱਠ ਕੇ ਨਾ ਜਾਓ। ਅਤੇ ਮੇਰਾ ਪਤੀ ਉਸ ਦੇ ਸਿਰ ਤੇ ਹੱਥ ਫੇਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਕਿਉਂ ਹਰ ਵੇਲੇ ਮੇਰੇ ਭਰਾ ਨੂੰ ਯਾਦ ਕਰਦੀ ਰਹਿੰਦੀ ਹੈ? ਇਸ ਤਰ੍ਹਾਂ ਤੂੰ ਬਿਮਾਰ ਹੋ ਜਾਵੇਗੀ। ਮੈਂ ਇੱਕ ਔਰਤ ਹੋਣ ਦੇ ਨਾਤੇ ਇਹ ਸਭ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਮੇਰੀ ਜਠਾਣੀ ਹੰਝੂ ਬਹਾ ਕੇ ਇਹ ਸਭ ਕੁਝ ਪ੍ਰਾਪਤ ਕਰਨਾ ਚਾਹੁੰਦੀ ਸੀ। ਮੇਰੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗੀ। ਕਹਿਣ ਲੱਗੀ ਕਿ ਜਾ ਪਹਿਲਾਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖੋ, ਫਿਰ ਸਾਨੂੰ ਦੇਖੋ। ਤੁਸੀਂ ਉਸ ਨਾਲ ਕਿਵੇਂ ਲੱਗਦੇ ਹੋ? ਤੁਸੀਂ ਉਸ ਦੀ ਪਤਨੀ ਘੱਟ ਅਤੇ ਨੌਕਰਾਨੀ ਜ਼ਿਆਦਾ ਲੱਗਦੇ ਹੋ। ਮੈਨੂੰ ਇਹ ਸੁਣ ਕੇ ਅਫਸੋਸ ਹੋਇਆ। ਫਿਰ ਮੈਂ ਕਿਹਾ, ਤੁਸੀਂ ਕਿਉਂ ਮੈਨੂੰ ਆਪਣੇ ਦੇਵਰ ਲਈ ਪਸੰਦ ਕੀਤਾ ਸੀ? ਉਸ ਲਈ ਸੋਹਣੀ ਕੁੜੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ? ਬੰਦਾ ਦਿਖਣ ਵਿੱਚ ਕਿਹੋ ਜਿਹਾ ਵੀ ਹੋਵੇ, ਉਹ ਆਪਣੇ ਨਾਲ ਨੈਣ ਇਨਸਾਫੀ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਸੀ। ਉਹ ਇਹ ਸੁਣ ਕੇ ਵੀ ਹੱਸਣ ਲੱਗੀ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਆਪਣੇ ਦੇਵਰ ਲਈ ਜਾਣ ਬੁੱਝ ਕੇ ਪਸੰਦ ਕੀਤਾ ਸੀ।
ਮੈਂ ਮੇਰੇ ਦੇਵਰ ਲਈ ਤੁਹਾਡੇ ਵਰਗੀ ਆਮ ਦਿੱਖ ਵਾਲੀ ਕੁੜੀ ਚਾਹੁੰਦੀ ਸੀ, ਤਾਂ ਜੋ ਉਹ ਤੁਹਾਡੀ ਬਜਾਏ ਮੇਰੇ ਵੱਲ ਜ਼ਿਆਦਾ ਧਿਆਨ ਦੇਵੇ, ਮੇਰੀ ਤਾਰੀਫ ਕਰੇ, ਕਿਉਂਕਿ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਮੈਂ ਬੇਮਿਸਾਲ ਸੁੰਦਰਤਾ ਦੀ ਮਾਲਕ ਸੀ, ਪਰ ਮੇਰੇ ਪਿਤਾ ਜੀ ਨੇ ਤੁਹਾਡੇ ਵੱਡੇ ਭਾਈ ਦੀ ਨਿਮਰਤਾ ਹੀ ਦੇਖੀ। ਉਸਨੇ ਮੇਰਾ ਵਿਆਹ ਸਧਾਰਨ ਦਿੱਖ ਵਾਲੇ ਆਦਮੀ ਨਾਲ ਕਰਵਾ ਦਿੱਤਾ। ਜਦੋਂ ਮੈਂ ਵਿਦਾ ਹੋ ਕੇ ਇਸ ਘਰ ਵਿੱਚ ਆਈ ਸੀ, ਮੈਂ ਤੇਰੇ ਪਤੀ ਨੂੰ ਹੀ ਪਹਿਲੀ ਵਾਰ ਦੇਖਿਆ ਸੀ। ਉਹ ਆਪਣੇ ਭਰਾ ਨਾਲੋਂ ਬਿਲਕੁਲ ਵੱਖਰਾ ਸੀ। ਉਹ ਪਹਿਲੀ ਨਜ਼ਰ ਵਿੱਚ ਹੀ ਮੇਰੇ ਦਿਲ ਨੂੰ ਲੱਗ ਗਿਆ ਸੀ। ਮੈਂ ਆਪਣੇ ਕਮਰੇ ਵਿੱਚ ਇੱਕ ਦੁਲਹਨ ਬਣ ਕੇ ਬੈਠੀ ਸੀ, ਪਰ ਮੇਰੇ ਮਨ ਵਿੱਚ ਇੱਕ ਹੀ ਵਿਅਕਤੀ ਸੀ ਅਤੇ ਉਹ ਸੀ ਤੇਰਾ ਪਤੀ। ਉੱਥੇ ਤੇਰਾ ਵੱਡਾ ਭਾਈ ਮੇਰੀ ਖੂਬਸੂਰਤੀ ਦੀ ਬਹੁਤ ਤਾਰੀਫ ਕਰਦਾ ਸੀ, ਪਰ ਮੈਨੂੰ ਉਸ ਦੀ ਤਾਰੀਫ ਕਦੇ ਪਸੰਦ ਨਹੀਂ ਆਈ। ਮੈਂ ਤੇਰੇ ਪਤੀ ਕਰਕੇ ਹੀ ਹਰ ਰੋਜ਼ ਕੱਪੜੇ ਪਾਉਂਦੀ ਸੀ। ਉਹ ਮੈਨੂੰ ਆਪਣੀ ਭਾਬੀ ਸਮਝਦਾ ਸੀ ਤੇ ਮੇਰੀ ਇੱਜ਼ਤ ਵੀ ਕਰਦਾ ਸੀ, ਪਰ ਮੈਨੂੰ ਇੱਕ ਹੀ ਸਮੱਸਿਆ ਸੀ, ਉਹ ਮੇਰੇ ਤੋਂ ਦੂਰ ਰਹਿੰਦਾ ਸੀ। ਉਹ ਮੇਰੇ ਵੱਲ ਨਹੀਂ ਦੇਖਦਾ ਸੀ, ਸ਼ਾਇਦ ਇਸ ਲਈ ਕਿ ਮੈਂ ਉਸਦੇ ਭਰਾ ਦੀ ਪਤਨੀ ਸੀ। ਪਰ ਇੱਕ ਦਿਨ ਮੇਰੀ ਸੱਸ ਬਿਮਾਰ ਸੀ ਅਤੇ ਉਸ ਨੂੰ ਮੇਰੀ ਮਦਦ ਦੀ ਲੋੜ ਸੀ, ਪਰ ਮੈਂ ਨਾ ਤਾਂ ਆਪਣੇ ਪਤੀ ਦੀ ਪਰਵਾਹ ਕੀਤੀ ਅਤੇ ਨਾ ਹੀ ਆਪਣੀ ਬਿਮਾਰ ਸੱਸ ਦੀ। ਮੈਂ ਸੁੰਦਰਤਾ ਦੀ ਰਾਣੀ ਸੀ। ਮੈਂ ਇੱਕ ਸੁੰਦਰ ਆਦਮੀ ਚਾਹੁੰਦੀ ਸੀ ਅਤੇ ਮੈਂ ਤੇਰੇ ਪਤੀ ਵੱਲ ਪੂਰੀ ਤਰ੍ਹਾਂ ਆਕਰਸ਼ਿਤ ਸੀ। ਮੇਰੇ ਪਤੀ ਬੱਚਿਆਂ ਨੂੰ ਪਿਆਰ ਕਰਦਾ ਸੀ, ਪਰ ਮੈਨੂੰ ਆਪਣੀ ਫਿਟਨੈਸ ਬਹੁਤ ਪਸੰਦ ਸੀ। ਮੈਂ ਕੋਈ ਬਾਂਝ ਨਹੀਂ ਸੀ ਤੇ ਨਾ ਹੀ ਤੇਰੇ ਵੱਡੇ ਭਾਈ ਵਿੱਚ ਅਜਿਹੀ ਕੋਈ ਕਮੀ ਸੀ। ਮੈਨੂੰ ਖੁਦ ਬੱਚਿਆਂ ਦੇ ਪਾਲਣ ਪੋਸ਼ਣ ਦੀ ਪਰੇਸ਼ਾਨੀ ਨਹੀਂ ਸੀ, ਕਿਉਂਕਿ ਮੈਂ ਤੇਰੇ ਵੱਡੇ ਭਾਈ ਤੋਂ ਦੂਰ ਰਹਿਣਾ ਅਤੇ ਤੇਰੇ ਪਤੀ ਦੇ ਨੇੜੇ ਆਉਣ ਦੇ ਬਹਾਨੇ ਲੱਭਦੀ ਸੀ। ਮੇਰੀ ਸੱਸ ਦੀ ਮੌਤ ਤੋਂ ਬਾਅਦ ਉਹ ਅਤੇ ਮੈਂ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ। ਮੈਂ ਉਸ ਨਾਲ ਸਮਾਂ ਬਿਤਾਉਣ ਲੱਗੀ। ਮੇਰੇ ਪਤੀ ਨੂੰ ਲੱਗਦਾ ਸੀ ਕਿ ਮੈਂ ਤੇਰੇ ਪਤੀ ਦਾ ਖਿਆਲ ਰੱਖ ਰਹੀ ਹਾਂ, ਤਾਂ ਜੋ ਉਸ ਨੂੰ ਆਪਣੀ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਜਦੋਂ ਤੇਰਾ ਪਤੀ ਦਫ਼ਤਰ ਤੋਂ ਵਾਪਸ ਆਉਂਦਾ ਤਾਂ ਮੈਂ ਤਿਆਰ ਹੋ ਕੇ ਉਸ ਦੇ ਸਾਹਮਣੇ ਆ ਜਾਂਦੀ ਅਤੇ ਫਿਰ ਮੈਂ ਪੁੱਛਦੀ ਕਿ ਮੈਂ ਕਿਵੇਂ ਲੱਗ ਰਹੀ ਹਾਂ, ਕਿਉਂਕਿ ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਦੇਖੇ ਅਤੇ ਮੇਰੀ ਤਾਰੀਫ ਕਰੇ। ਜੇ ਤੂੰ ਮੇਰੇ ਨਾਲੋਂ ਜ਼ਿਆਦਾ ਸੋਹਣੀ ਹੁੰਦੀ ਤਾਂ ਉਹ ਤੇਰੇ ਵਿੱਚ ਗੁਆਚ ਜਾਂਦਾ ਅਤੇ ਮੈਨੂੰ ਬਰਦਾਸ਼ਤ ਨਾ ਕਰਦਾ। ਤੇਰੇ ਵਿਆਹ ਤੋਂ ਪਹਿਲਾਂ ਉਹ ਮੈਨੂੰ ਕਹਿਣ ਲੱਗਾ ਕਿ ਭਾਬੀ, ਮੇਰੇ ਲਈ ਵੀ ਤੁਸੀਂ ਆਪਣੇ ਵਰਗੀ ਕੁੜੀ ਲੱਭ ਦਿੰਦੇ। ਇਹ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ। ਮੈਂ ਹਰ ਵੇਲੇ ਤੈਨੂੰ ਰਸੋਈ ਵਿੱਚ ਇਸ ਕਰਕੇ ਬਿਜ਼ੀ ਰੱਖਦੀ ਸੀ ਤਾਂ ਜੋ ਤੁਸੀਂ ਆਪਣੇ ਪਤੀ ਦੇ ਦਿਲ ਵਿੱਚ ਜਗ੍ਹਾ ਨਾ ਬਣਾ ਸਕੋ। ਸਮਾਂ ਐਵੇਂ ਹੀ ਬੀਤ ਰਿਹਾ ਸੀ, ਪਰ ਫਿਰ ਮੇਰੇ ਪਤੀ ਨੂੰ ਮੇਰੇ ਤੇ ਸ਼ੱਕ ਹੋ ਗਿਆ। ਉਸਨੇ ਮੈਨੂੰ ਕੁਝ ਨਹੀਂ ਕਿਹਾ, ਪਰ ਇਸ ਦੁੱਖ ਨੂੰ ਆਪਣੇ ਦਿਲ ਤੇ ਲਾ ਲਿਆ। ਉਸਨੇ ਮੇਰੀਆਂ ਅੱਖਾਂ ਵਿੱਚ ਤੇਰੇ ਪਤੀ ਲਈ ਪਿਆਰ ਦੇਖਿਆ ਸੀ। ਮੈਂ ਤੇਰੇ ਪਤੀ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਉਸ ਅੱਗੇ ਕੀਤਾ ਸੀ। ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੋ। ਮੈਂ ਤੁਹਾਡੇ ਨਾਲ ਮਜਬੂਰਨ ਜ਼ਿੰਦਗੀ ਗੁਜ਼ਾਰ ਰਹੀ ਹਾਂ। ਇਸ ਤੋਂ ਬਾਅਦ ਮੇਰਾ ਪਤੀ ਕਮਰੇ ਦੀ ਬਜਾਏ ਵਿਹੜੇ 'ਚ ਸੌਣ ਲੱਗਾ ਅਤੇ ਚੁੱਪ ਰਹਿਣ ਲੱਗੇ। ਸ਼ਾਇਦ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ, ਇਸੇ ਕਰਕੇ ਉਹਨਾਂ ਤੋਂ ਮੇਰੀ ਜਾਨ ਜਲਦੀ ਛੁੱਟ ਗਈ ਅਤੇ ਹੁਣ ਤੇਰੇ ਪਤੀ ਦੀਆਂ ਸਾਰੀਆਂ ਹਮਦਰਦੀਆਂ ਮੇਰੇ ਨਾਲ ਹਨ। ਉਹ ਦਿਨ ਦੂਰ ਨਹੀਂ ਜਦੋਂ ਉਹ ਮੇਰੇ ਨਾਲ ਜਲਦੀ ਵਿਆਹ ਕਰਵਾ ਲਵੇਗਾ, ਤਾਂ ਉਹ ਤੈਨੂੰ ਧੱਕੇ ਮਾਰ-ਮਾਰ ਕੇ ਘਰੋਂ ਬਾਹਰ ਕੱਢ ਦੇਵੇਗਾ। ਮੈਂ ਹੈਰਾਨੀ ਨਾਲ ਆਪਣੀ ਜਠਾਣੀ ਦੇ ਗੰਦੇ ਇਰਾਦਿਆਂ ਨੂੰ ਸੁਣ ਰਹੀ ਸੀ। ਜਦੋਂ ਬਾਹਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਤਾਂ ਮੇਰਾ ਪਤੀ ਬਹੁਤ ਗੁੱਸੇ ਨਾਲ ਅੰਦਰ ਆ ਗਏ ਅਤੇ ਮੇਰੀ ਜਠਾਣੀ ਦੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਅਤੇ ਕਿਹਾ ਕਿ ਮੈਂ ਤੈਨੂੰ ਆਪਣੀ ਭੈਣ ਸਮਝਦਾ ਸੀ ਤੇ ਤੇਰੇ ਇਹੋ ਜਿਹੇ ਮਾੜੇ ਵਿਚਾਰ ਹਨ। ਤੁਸੀਂ ਮੇਰੇ ਪਿਤਾ ਵਰਗੇ ਭਰਾ ਨੂੰ ਮਾਰਿਆ ਹੈ। ਹੁਣੇ ਇੱਥੋਂ ਚਲੇ ਜਾਓ, ਨਹੀਂ ਤਾਂ ਮੈਂ ਤੈਨੂੰ ਮਾਰ ਦਿਆਂਗਾ। ਜੋ ਮੇਰੇ ਪਤੀ ਗੁੱਸੇ ਵਿੱਚ ਕਹਿ ਰਹੇ ਸੀ, ਲੱਗਦਾ ਸੀ ਕਿ ਉਸਨੇ ਆਪਣੀ ਭਰਜਾਈ ਦੀ ਸਾਰੀ ਗੱਲ ਸੁਣ ਲਈ ਸੀ। ਮੈਂ ਮਨ ਹੀ ਮਨ ਵਿੱਚ ਆਪਣੇ ਪ੍ਰਭੂ ਦਾ ਸ਼ੁਕਰਾਨਾ ਕੀਤਾ, ਕਿਉਂਕਿ ਮੇਰੇ ਪਤੀ ਸ਼ਾਇਦ ਮੇਰੀ ਗੱਲ ਤੇ ਕਦੇ ਵੀ ਵਿਸ਼ਵਾਸ ਨਾ ਕਰਦੇ। ਮੇਰੀ ਜਠਾਣੀ ਦਾ ਸੱਚ ਮੇਰੇ ਪਤੀ ਸਾਹਮਣੇ ਆ ਗਿਆ ਸੀ, ਇਸ ਲਈ ਉਹ ਉੱਥੋਂ ਚਲੀ ਗਈ। ਮੇਰਾ ਪਤੀ ਮੇਰੇ ਤੋਂ ਮਾफ़ੀ ਮੰਗਣ ਲੱਗਾ ਅਤੇ ਕਹਿਣ ਲੱਗਾ ਕਿ ਕਿਰਪਾ ਕਰਕੇ ਮੈਨੂੰ ਮਾफ़ ਕਰ ਦਿਓ। ਮੈਂ ਤੁਹਾਡੇ ਨਾਲ ਚੰਗਾ ਨਹੀਂ ਕੀਤਾ। ਰਿਸ਼ਤਿਆਂ ਦੀ ਖੂਬਸੂਰਤੀ ਇਸੇ ਵਿੱਚ ਹੈ। ਅੱਲਾ ਨੇ ਸਾਡੇ ਲਈ ਦੂਜਿਆਂ ਨਾਲ ਜੋ ਵੀ ਰਿਸ਼ਤਾ ਬਣਾਇਆ ਹੈ, ਉਸ ਨੂੰ ਉਸੇ ਨਜ਼ਰੀਏ ਤੋਂ ਦੇਖਣਾ ਅਤੇ ਕਾਇਮ ਰੱਖਣਾ ਚਾਹੀਦਾ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।